ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮੇਰੇ ਨਾਲ ਹਾਜ਼ਰ ਨੇ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭੱਟ ਸਾਹਿਬ, ਸਿੱਧੂ ਮੂਸੇਵਾਲੇ ਦੇ ਗੀਤ ਤੋਂ ਬਾਅਦ SYL ਦੇ ਵਿੱਚ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਆਇਆ, ਬੜੀ ਸਰਚ ਵੱਜੀ। ਹੁਣ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲੱਗਣ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਲਾ ਰਹੀ ਹੈ ਭਾਈ ਬਲਵਿੰਦਰ ਸਿੰਘ ਜਟਾਣਾ ਦੀ। ਕੀ ਕਹਿਣਾ ਚਾਹੋ? ਦੇਖੋ ਜੀ, ਸਿੱਧੂ ਮੂਸੇਵਾਲੇ ਦੇ ਗਾਣੇ ਤੋਂ ਬਾਅਦ ਇਹ ਯਾਦ ਆਇਆ ਕਿ ਉਹ ਜਟਾਣਾ ਨਾਂ ਦਾ ਵਿਅਕਤੀ ਹੈਗਾ ਜੀ, ਔਰ ਜਟਾਣਾ ਤੋਂ ਬਾਅਦ ਸਾਡੇ ਪੰਜਾਬ ਦੇ ਵਿੱਚ 15 ਸਾਲ ਅਕਾਲੀ ਸਰਕਾਰ ਰਹੀ ਹੈ। ਕਿਸੇ ਨੇ ਇਹ ਨਹੀਂ ਸੋਚਿਆ ਕਿ ਭਾਈ ਜਟਾਣੇ ਦੇ ਪਰਿਵਾਰ ਨੂੰ ਕੋਈ ਇਨਸਾਫ ਦੀ ਗੱਲ ਕਰਦੀ ਹੈ। ਇਨਸਾਫ ਵੀ ਕਿਸੇ ਨੇ। ਹੁਣ ਸਿੱਧੂ ਮੂਸੇਵਾਲੇ ਨੇ ਜਟਾਣੇ ਦਾ ਜ਼ਿਕਰ ਕੀਤਾ ਤੇ ਕੱਲ ਇਹਨਾਂ ਦੀ ਐਗਜ਼ੈਕਟਿਵ ਦੀ ਬਕਾਇਦਾ ਤੌਰ ਤੇ ਮੀਟਿੰਗ ਹੋਈ ਹੈ ਤੇ 32 ਸਾਲ ਬਾਅਦ ਇਹ ਫੈਸਲਾ ਲਿਆ ਗਿਆ ਕਿ ਭਾਈ ਬਲਵਿੰਦਰ ਸਿੰਘ ਚਾਣੇ ਦੀ ਤਸਵੀਰ ਜਿਹੜੀ ਆ ਕੇਂਦਰੀ ਸਿੱਖ ਅਜਾਇਬ ਘਰ 'ਚ ਲਗਾਈ ਜਾਏਗੀ, ਜਿਹਨੇ ਸਾਡੇ ਪਾਣੀਆਂ ਦੀ ਰੱਖੀ। ਠੀਕ ਹੈ ਜੀ, ਤੁਹਾਡਾ ਫੈਸਲਾ ਬੜਾ ਵਧੀਆ ਵਾ, ਲੱਗਣੀ ਹੈ ਜੀ ਤਸਵੀਰ, ਮਾੜੀ ਗੱਲ ਕੋਈ ਨਹੀਂ ਹੈ। ਲੇਕਿਨ ਸਵਾਲ ਇਹ ਪੈਦਾ ਹੁੰਦਾ ਕਿ 32 ਸਾਲ ਬਾਅਦ ਕਿਉਂ ਯਾਦ ਆਇਆ? ਪਹਿਲਾਂ ਸੁੱਤੇ ਨੇ ਸਾਰੇ, ਪਹਿਲਾਂ ਜਿਤਾਣਾ ਯਾਦ ਨਹੀਂ ਸੀਗਾ। ਫਿਰ 15 ਸਾਲ ਤੁਹਾਡੀ ਸਰਕਾਰ ਰਹੀ ਆ, 15 ਸਾਲ ਤੁਹਾਨੂੰ ਇਹ ਜਿਤਨਾ ਯਾਦ ਨਹੀਂ ਆ? ਆਪਣੀ ਜਿਤਾਣੇ ਦੇ ਪਰਿਵਾਰ ਦੇ ਘਰ ਦੇ 4 ਜੀ, ਇੱਕ ਮਾਸੀ ਮਾਰਤੀ, ਇੱਕ ਮਾਂ ਮਾਰਤੀ, ਇੱਕ ਭੈਣ ਮਾਰਤੀ, ਇੱਕ ਛੋਟਾ ਜਿਹਾ ਬੱਚਾ ਮਾਰਤੀ, ਸਾਰੀ ਵਿੱਚ ਅੱਗ ਲਾ ਕੇ ਜੀ, ਤੇ ਉਹਦੇ ਨਾਲ ਤੁਸੀਂ ਜੋਟੇ ਪਾਉਂਦੇ ਰਹੇ ਸਾੜਨ ਵਾਲੇ ਦੇ ਨਾਲ। ਉਹ ਤੁਹਾਡਾ ਮੈਂਬਰ ਸੀਗਾ, ਉਹ ਤੁਹਾਡੀਆਂ ਵੋਟਾਂ ਪਾਉਂਦਾ ਸੀ, ਤੁਹਾਨੂੰ ਖਲੋਂਦਾ ਸੀ ਤੁਹਾਡੇ ਕੋਲੇ, ਤੁਸੀਂ ਬਾਬਾ ਜੀ ਕਰਦੇ ਫਿਰਦੇ ਸੀ। ਇਸ ਕਰਕੇ ਬਾਬਾ ਜਿਹੜਾ ਉਹਨੂੰ ਜਿਹਦੀ ਸ਼ੈ ਸੀ ਉਹਨੂੰ ਤੁਸੀਂ ਫੀਤੀਆਂ ਲਾ ਕੇ ਅਜੇ ਤੱਕ ਵੀ ਸੇਫ ਰੱਖਿਆ। ਉਹਨੂੰ ਫੀਤੀਆਂ ਲਾਤੀਆਂ, ਬਿਲਕੁਲ ਠੀਕ ਗੱਲ ਆ। ਜਿਹੜਾ ਜਟਾਣੇ ਨੂੰ ਮਾਰਨ ਵਾਲਾ ਤੇ ਮਰਵਾਉਣ ਵਾਲਾ ਸੀ ਉਹਨੂੰ ਤੁਸੀਂ DGP ਪੰਜਾਬ ਲਾਇਆ। ਏਡੀ ਵੱਡੀ ਪੋਸਟ ਦਿੱਤੀ ਤੁਸੀਂ, ਕੇਸ ਚੱਲਦਾ, ਜੋ ਕੁਛ ਉਹਨੇ ਇਲਜ਼ਾਮ ਲੱਗਦਾ ਜੀ, ਜੋ ਕੁਛ ਉਹਨੇ ਜਲਵਾ ਵਿਖਾਇਆ, ਅੱਜ ਉਹਦੀ ਬਦੌਲਤ ਤੁਸੀਂ ਸੱਤਾ ਤੋਂ ਬਾਹਰ ਬੈਠੇ ਜੀ। ਅੱਛਾ, ਜੇ ਆਪਾਂ ਗੱਲ ਕਰੀਏ ਵੌਇਸ ਆਫ ਸਿਟੀ 1320 AM ਤੇ ਕਿ ਇਹਨਾਂ ਨੂੰ ਇੰਨੇ ਸਾਲਾਂ ਬਾਅਦ ਭਾਈ ਬਲਵਿੰਦਰ ਸਿੰਘ ਜਟਾਣਾ ਯਾਦ ਆਇਆ, ਉਹਦਾ ਪਰਿਵਾਰ ਯਾਦ ਆਇਆ, ਤੇ 4 ਜੁਲਾਈ 1955 ਵੀ ਤਾਂ ਪਹਿਲੀ ਵਾਰੀ ਯਾਦ ਹੀ ਆਇਆ ਇਹਨਾਂ ਨੂੰ। ਇਹ ਦੂਸਰੀ ਨਹੀਂ ਆਇਆ, ਦੂਸਰੀ ਆ ਗਿਆ। ਚਲੋ ਠੀਕ ਹੈ। ਇਹ ਪਿਛਲੀ ਵਾਰੀ ਕੀਤਾ ਸੀ, ਆਪਾਂ ਉਦੋਂ ਵੀ ਟਿੱਪਣੀ ਕੀਤੀ ਸੀ ਵੀ ਹੁਣ ਹੀ ਕਿਉਂ ਯਾਦ ਆ ਰਿਹਾ। ਜਿਹੜਾ 4 ਜੁਲਾਈ 1955 ਨੂੰ ਘਟਨਾ ਵਾਪਰੀ ਸੀ, ਉਹਦੇ ਵਿੱਚ ਘਟਨਾ ਤੋਂ ਬਾਅਦ ਭੀਮ ਸਿੰਘ ਸੱਚਰ ਨੇ ਆ ਕੇ ਅਕਾਲ ਤਖਤ ਤੇ ਮਾਫੀ ਮੰਗੀ ਸੀ ਜੀ, ਹਿੰਦੂ ਹੋਣ ਦੇ ਬਾਵਜੂਦ। ਤੇ ਫਿਰ ਸਾਡੇ ਮਾਨਯੋਗ ਜਿਹੜੇ ਪ੍ਰਧਾਨ ਮੰਤਰੀ ਸੀ ਉਹਨੂੰ ਚੰਗਾ ਨਹੀਂ ਸੀ ਲੱਗਾ, ਉਹਨਾਂ ਫਿਰ ਉਹਨੂੰ ਹਟਾ ਕੇ ਤੇ ਪ੍ਰਤਾਪ ਸਿੰਘ ਕੈਰ ਨੂੰ ਮੁੱਖ ਮੰਤਰੀ ਬਣਾਇਆ ਜੀ। ਪਾਟੀ ਸਾਹਿਬ ਜਦੋਂ ਜੀ ਇਹਨਾਂ ਨੂੰ ਮੈਂ ਸਿੱਧਾ ਕਰ ਸਕਦਾ, ਹੋਰ ਕੋਈ ਨਹੀਂ ਕਰ ਸਕਦਾ ਨਾ। ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਕਿ ਕੈਰੋ ਨੇ ਇਹ ਗੱਲ ਕਹੀ, ਉਹਨਾਂ ਨੇ ਲਾਰਾ ਦਾ ਸੀ ਤੈਨੂੰ ਡਿਫੈਂਸ ਮਿਨਿਸਟਰ ਬਣਾਵਾਂਗੇ, ਅਕਾਲੀ ਨਹੀਂ ਬਣੇ ਚਾਹੀਦੇ। ਔਰ ਈਵਨ ਇੱਥੇ ਤੱਕ ਤੁਸੀਂ ਬਾਹਰ ਨਿਕਲ ਕੇ ਜਿਹੜੇ ਅਕਾਲੀ ਸੀ ਨਾ ਕੋਈ ਮੁਜ਼ਾਹਰਾ ਕਰ ਸਕਦੇ ਸੀ, ਨਾ ਕੋਈ ਮੀਟਿੰਗ ਕਰ ਸਕਦੇ ਸੀ, ਰਾਤ ਦੇ ਹਨੇਰੇ ਦੀਵੇ ਜਗਾ ਕੇ ਇਹ ਮੀਟਿੰਗ ਕਰਦੇ ਜੀ। ਤੇ ਜਿਹਦੇ ਘਰ ਮੀਟਿੰਗ ਹੁੰਦੀ ਸੀ ਪਤਾ ਲੱਗ ਜਾਂਦਾ ਸੀ, ਪੁਲਿਸ ਨੂੰ ਕੁੱਟ ਕੇ ਜਿਹੜਾ ਸੀ ਦੁੱਬਾ ਬਣਾ ਦਿੰਦਾ ਜੀ। ਇਸ ਕਰਕੇ ਜਿਹੜੀ 4 ਜੁਲਾਈ ਤੁਸੀਂ ਗੱਲ ਕਰਦੇ ਹੋ ਨਾ, ਵੇਖੋ ਕਿੰਨਾ ਕੱਟੜ ਸੀ ਨਹਿਰੂ। ਉਹਨੇ ਕਿਹਾ ਨਾ ਖਾਲਸ, ਤੁਸੀਂ ਪੰਜਾਬੀ ਸੂਬੇ ਦੀ ਗੱਲ ਕਰਦੇ, ਤੁਹਾਨੂੰ ਪੰਜਾਬੀ ਸੂਬੇ ਦਾ ਨਾਅਰਾ ਨਹੀਂ ਲਾਉਣ ਦਿੱਤਾ, ਤੇ ਬਕਾਇਦਾ ਤੌਰ ਤੇ ਬਣ ਵੀ ਨਹੀਂ ਦਿੱਤਾ। ਬਿਲਕੁਲ। ਅੱਛਾ, ਵੇਖੋ ਤੇ ਉਹਦੀ ਬੇਟੀ ਵੀ ਤਾਂ ਉਸੇ ਤਰਜ ਤੇ ਸੀ। ਮਲਾਇਕ ਕ੍ਰਿਸ਼ਨ ਧਰ ਦੀ ਕਿਤਾਬ ਸੀਕਰਟ ਓਪਨ ਖੁੱਲੇ ਭੇਦ ਪੜ੍ਹ ਲਓ ਤੁਸੀਂ, ਸ਼ਰੇਆਮ ਉਸੇ ਤਰਜ ਤੇ ਸੀਗੀ। ਯਾਨੀ ਵੀ ਚਲੋ, ਪਰ ਸਾਡੇ ਵਿੱਚ ਬਹੁਤ ਸਾਰੇ ਵੱਡੇ ਵੱਡੇ ਸਰਦਾਰ ਵੀ ਤੇ ਉਹਨਾਂ ਦੀ ਪਾਰਟੀ ਦੇ ਵਿੱਚ ਨੇ, ਅਜੇ ਵੀ ਨੇ ਪੰਜਾਬੀ ਅਜੇ ਵੀ ਨੇ। ਖੈਰ, ਮੈਂ ਗੱਲ ਕਰਨ ਲੱਗਾ ਕਿ ਸਨ 2000 ਦੇ ਵਿੱਚ ਪੱਟੀ ਸਾਹਿਬ ਰੰਗਲਾ ਪੰਜਾਬ ਰੇਡੀਓ ਪ੍ਰੋਗਰਾਮ ਦੇ ਉੱਤੇ 2 ਘੰਟੇ ਸ਼ੋਅ ਹੁੰਦਾ ਸੀ, ਤੇ ਮੈਂ ਹਰ ਬੁੱਧਵਾਰ ਨੂੰ ਸਿੱਖ ਇਤਿਹਾਸ ਦੇ ਪੰਨੇ ਪ੍ਰੋਗਰਾਮ ਖੋਜ ਕਰਕੇ ਨਾ, ਕਿਤਾਬਾਂ ਪੜ੍ਹ ਕੇ ਬਹੁਤ ਵੱਡੀ ਤਾਦਾਦ ਦੇ ਵਿੱਚ, ਤੇ
ਉਹ ਉਹਦੇ ਵਿੱਚੋਂ ਸਵਾਲ ਕੱਢਦਾ ਹੁੰਦਾ ਸੀਗਾ, ਤੇ ਸਵਾਲ ਕੱਢ ਕੇ ਤੇ ਹਰ ਬੁੱਧਵਾਰ ਨੂੰ ਇੱਕ ਪ੍ਰੋਗਰਾਮ ਹੁੰਦਾ ਸੀ 1 ਘੰਟੇ ਦਾ। ਉਹਦੇ ਵਿੱਚ $50,000 ਉਸ ਸਮੇਂ 2000 ਦੇ ਵਿੱਚ, ਸੰਨ 2000 ਦੇ, ਚੌਥੇ ਤੇ 25,000, ਪੰਜਵੇਂ ਤੇ 50,000, ਇੱਕ ਕਾਰ, ਤੀਜੇ ਤੇ 20 ਬਹੁਤ ਵੱਡੀ 15,000 ਡਾਲਰ ਤੱਕ ਦੇ ਇਨਾਮ ਹੁੰਦੇ ਸੀ। ਤੀਜਾ ਸਵਾਲ ਜਿੱਤਣ ਦੇ ਨਾਲ ਕਈਆਂ ਨੇ ਸੋਨੇ ਦੇ ਬਿਸਕੁਟ ਜਿੱਤੇ। ਕਾਸ਼ ਉਦੋਂ ਡਿਜੀਟਲ ਯੁੱਗ ਹੁੰਦਾ ਤੇ ਉਹ ਪ੍ਰੋਗਰਾਮ ਸਾਡੇ ਕੋਲ ਰਿਕਾਰਡਡ ਹੁੰਦੇ। ਹਾਂਜੀ, ਉਹਦੇ ਵਿੱਚ ਜਦੋਂ ਇਹ ਜ਼ਿਕਰ ਮੈਂ ਕੀਤਾ ਸੀਗਾ ਕਿ ਪਹਿਲੀ ਵਾਰ ਨਹੀਂ ਹੈ ਦਰਬਾਰ ਸਾਹਿਬ ਤੇ ਕਾਂਗਰਸ ਨੇ ਅਟੈਕ ਕੀਤਾ, ਕਿਉਂਕਿ ਸਾਡੀ ਇਹ ਫਿਤਰਤ ਆ ਕਿ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਪੂਰਨ ਪੜ੍ਹਿਆ। ਅਸੀਂ ਤਾਂ ਉਹਦੇ ਵਾਸਤੇ ਵੀ ਕਿਰਾਏ ਤੇ ਪਾਠੀ ਰੱਖੇ ਨੇ, ਤੇ ਲਿਆਉਣਾ ਤੇ ਬੜੇ ਸ਼ਾਨੋ ਸ਼ੌਕਤ ਦੇ ਨਾਲ ਆ। 2 ਦਿਨ ਤਿਆਰੀਆਂ ਕਰਨੀਆਂ ਨੇ ਘਰ ਦੇ ਵਿੱਚ, 3 ਦਿਨ ਪਹਿਲਾਂ। ਪੁਰਾਣੇ ਸਮੇਂ ਤੇ ਕਈ ਸਾਲ ਪਹਿਲਾਂ ਹੋ ਜਾਂਦੀਆਂ ਸੀ ਕਿ ਬੈਠਕ ਬਣਾਉਣੀ ਆ ਤੇ ਝੰਡ ਕਰਨੀ ਆ ਤੇ ਉਹ ਕਰਨਾ ਆਹ ਕਰਨਾ, ਹਨ ਹਫ਼ਤਾ 2 ਹਫ਼ਤੇ ਪਹਿਲਾਂ ਰਿਸ਼ਤੇਦਾਰ ਵੀ ਆਉਂਦੇ ਸੀ। ਤੇ ਅਸੀਂ ਤੇ ਜਦੋਂ ਪ੍ਰਸ਼ਾਦ ਮਿਲਿਆ ਤੇ ਮਤਲਬ ਕੋਈ ਕਿਤੇ ਤੇ ਕੋਈ ਕਿਤੇ ਤੇ ਕੋਈ ਕਿਤੇ, ਤੇ ਭਾਈ ਜੀ ਇਕੱਲੇ, ਹਨਾ। ਤੇ ਅਸੀਂ ਉਦਣ ਆਉਣਾ ਗੁਰਦੁਆਰਾ ਸਾਹਿਬ, ਕਿਸੇ ਦੇ ਘਰ ਜਾਂ ਗੁਰਦੁਆਰਾ ਸਾਹਿਬ ਜਦੋਂ ਜੋ ਭਾਲੂ ਕੀ ਭੀਤ, ਆਖਰੀ ਦੋਹਰੇ ਸ਼ੁਰੂ ਹੋਣੇ ਨੇ ਵੀ ਚਲੋ ਹੁਣ ਭੋਗ ਪੈਣ ਵਾਲਾ। ਕੋਈ ਹੋਊਗਾ ਵਿਰਲਾ ਜਿਹਨੇ ਗੁਰੂ ਗ੍ਰੰਥ ਸਾਹਿਬ ਵੀ ਸੁਣਿਆ ਹੋਊਗਾ ਜਾਂ ਪੜ੍ਹਿਆ ਹੋਊ ਜਾਂ ਕੰਠ ਕੀਤਾ ਹੋਊ, ਜਿਹਨੇ ਆਪ ਪਾਠ ਕੀਤਾ। ਸਾਡੀ ਤਰਾਸਦੀ ਇਹ ਹੈ, ਬਾਕੀ ਸਾਨੂੰ ਇਤਿਹਾਸ ਤੋਂ ਤਾਂ ਅਸੀਂ ਵਾਕਫ ਹੀ ਨਹੀਂ। ਜਦੋਂ ਮੈਂ ਪਹਿਲੀ ਵਾਰੀ ਇਹ ਕੁਐਸਚਨ ਕੀਤਾ ਕਿ ਪਹਿਲੀ ਵਾਰ ਨਹੀਂ ਕਾਂਗਰਸ ਨੇ ਜਿਹੜਾ ਹੈ ਉਹ ਦਰਬਾਰ ਸਾਹਿਬ ਤੇ ਅਟੈਕ ਕੀਤਾ, ਤੇ ਤੁਸੀਂ ਯਕੀਨ ਕਰਿਓ ਪਿਨ ਡ੍ਰੌਪ ਸਾਇਲੈਂਟ ਹੁੰਦੀ ਸੀ, ਰੇਡੀਓ ਸੁਣਦੇ ਹੁੰਦੇ ਸੀ ਲੋਕ। ਅੱਜ ਕੱਲ੍ਹ ਤੇ ਕਿੰਨਾ ਮਤਲਬ ਮਾਧਿਅਮ ਆ ਗਿਆ ਨਾ, ਅੱਜ ਕੱਲ੍ਹ ਤਾਂ ਟੈਲੀਫੋਨ ਹੀ ਹੱਥ ਦੇ ਵਿੱਚ ਇੱਕ ਬੰਬ ਆ। ਹਾਂਜੀ, ਘੰਟਿਆਂ ਬਾਅਦ ਹੀ ਟੈਲੀਫੋਨ ਤੇ ਲੋਕ ਲੱਗੇ ਰਹਿੰਦੇ ਨੇ, ਕੋਈ ਚਾਹੀਦੀ ਗੱਲ ਤੇ ਸੁਣਨੀ ਨਹੀਂ, ਨਾ ਸੁਣਾਉਣੀ ਨਾ ਸ਼ੇਅਰ ਕਰਨੀ। ਜਦੋਂ ਮੈਂ ਸਵਾਲ ਕੀਤਾ ਤੇ ਯਕੀਨ ਕਰਿਓ ਕਿ ਕਿੰਨੀ ਵਿਰੋਧਤਾ ਹੋਈ ਮੇਰੀ। ਲਓ ਜੀ, ਤੁਹਾਡਾ ਤੇ ਕੰਮ ਹੀ ਆ ਕਾਂਗਰਸ ਨੂੰ ਭੰਡਣਾ, ਤੁਹਾਡੀ ਰੋਟੀ ਇੱਥੋਂ ਪੱਕਦੀ ਆ। ਉਹ ਮੈਂ ਕਿਹਾ ਅਕਲ ਦੇ ਜਾਂਦੇ ਹੋ, ਕਿਤਾਬਾਂ ਪੜ੍ਹ ਲਓ, ਫਰੋਲ ਲਓ। ਫਿਰ ਕਿਤਾਬਾਂ ਦੇ ਨਾਂ ਦੇਣੇ ਸ਼ੁਰੂ ਕੀਤੇ ਵੀ ਆਹ ਕਿਤਾਬਾਂ ਪੜ੍ਹੋ, ਕਿਤਾਬਾਂ ਤੋਂ ਮਿੱਟੀ ਝਾੜੋ, ਕਿਤੇ 2-4 ਅੱਖਰ ਪੜ੍ਹ ਲਿਆ ਕਰੋ, ਤੁਹਾਨੂੰ ਪਤਾ ਲੱਗੇ ਕਿ ਪਹਿਲੀ ਵਾਰ ਨਹੀਂ ਹੈ। ਇਹਦੋਂ ਪਹਿਲਾਂ ਵੀ ਹਮਲੇ ਹੋਏ, ਉਹ ਸਾਨੂੰ ਪਤਾ। ਮੁਗਲਾਂ ਨੇ ਹਮਲੇ ਕੀਤੇ ਸਾਨੂੰ ਪਤਾ, ਅਹਿਮਦ ਸ਼ਾਹ ਅਬਦਾਲੀ ਨੇ ਹਮਲੇ ਕੀਤੇ ਸਾਨੂੰ ਪਤਾ, ਜ਼ਕਰੀਆ ਖਾਨ ਨੇ ਹਮਲੇ ਕੀਤੇ ਸਾਨੂੰ ਪਤਾ। 153 ਦਿਨ ਵਾਲਾ ਦਰਬਾਰ ਸਾਹਿਬ ਤੇ ਅਟੈਕ ਵਾਲਾ ਸਿਲਸਿਲਾ ਕੱਢ ਕੇ ਜਦੋਂ ਰੱਖਿਆ, ਉਹ ਵੀ ਸੁਣਾਇਆ ਵੀ ਆਹ ਲੋ ਇਹਨੇ ਹਮਲੇ ਕੀਤੇ ਸੀ। 153 ਦਿਨ ਹੀ ਰਿਹਾ, ਉਹਦੇ ਵਿੱਚ ਸਮੇਂ ਦੀ ਹਾਕਮ ਵੀ। ਬੜੀਆਂ ਮਿਰਚਾਂ ਲੱਗੀਆਂ, ਝੂਠੀਆਂ ਮਿਰਚਾਂ ਲੱਗੀਆਂ, ਹੁਣ ਬੜੇ ਮੈਂ ਪੰਜਾਬੀ ਚ ਕਹਾਂ ਕਿ ਚਮੂਣੇ ਲੜੇ, ਹਨਾ। ਪਰ ਕਈਆਂ ਨੇ ਜਦੋਂ ਪਤਾ ਸੀਗਾ ਨਹੀਂ ਜੀ ਨਹੀਂ ਤੁਸੀਂ ਸਹੀ ਸਵਾਲ ਕਰ ਰਹੇ, ਹੋਇਆ ਸੀ ਹਮਲਾ, ਮਾਫੀ ਵੀ ਮੰਗੀ ਸੀਗੀ, ਹਨਾ। ਔਰ ਕਾਂਗਰਸ ਦਾ ਮਤਲਬ ਉਸ ਵਕਤ ਦਾ ਮੁੱਖ ਮੰਤਰੀ ਸੀਗਾ ਜਵਾਹਰ ਲਾਲ ਨਹਿਰੂ ਸੀਗਾ। ਜਦੋਂ ਲਫ਼ਜ਼ ਇਹੀ ਸੀਗਾ ਕਿ ਉਸ ਵਕਤ ਜਿਹੜੇ ਅੱਜ ਕੱਲ੍ਹ, ਮੈਂ ਮਾਫ ਕਰਨਾ, ਅੱਜ ਕੱਲ੍ਹ ਜਿਹੜੇ ਪਾਰਟੀ ਬਦਲ ਕੇ ਕਾਂਗਰਸ ਤੋਂ ਦੂਜੀ ਪਾਰਟੀ ਚਲ ਗਏ, ਉਦੋਂ ਕਾਂਗਰਸ ਸੀਗੀ, ਉਦੋਂ ਭਾਜਪਾ ਦਾ ਬਹੁਤ ਘੱਟ ਬੋਲਬਾਲਾ ਸੀਗਾ। ਸੋ ਉਸ ਕਰਕੇ ਮਤਲਬ ਉਦੋਂ ਕਾਂਗਰਸ ਹੀ ਜ਼ਿਆਦਾ ਸੀ ਨਾ। ਕੋਈ 84 ਤੇ ਗੱਲ ਹੀ ਨਾ ਕਰੋ ਤੁਸੀਂ, 1984 ਦੀ ਤੇ ਗੱਲ ਹੀ ਨਾ ਕਰੋ ਤੁਸੀਂ, ਮਤਲਬ ਬਾਕੀ ਗੱਲਾਂ ਕਰੋ ਕਾਂਗਰਸੀ, ਮਤਲਬ ਹਨਾ। ਸੋ ਇਹ ਪਹਿਲੀ ਵਾਰੀ ਜਦੋਂ ਮੈਂ ਬੋਲਿਆ ਸੀ, ਉਦੋਂ ਮੇਰਾ ਵੀ ਕਾਫੀ ਇੱਥੇ ਵਿਰੋਧ ਜਿਹਾ ਹੋਇਆ ਸੀਗਾ। ਸਾਨੂੰ ਪਤਾ ਨਹੀਂ ਆ, ਪਰ ਇਹਨਾਂ ਨੇ ਚਲੋ ਇਹਨਾਂ ਨੂੰ ਪਤਾ ਲੱਗ ਗਿਆ, ਇੰਨੇ ਸਾਲਾਂ ਬਾਅਦ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਚਲੋ ਇੱਕ ਨਵਾਂ ਇਹਨਾਂ ਨੇ ਅਧਿਆਇ ਸ਼ੁਰੂ ਕੀਤਾ। ਚੰਗੀ ਗੱਲ ਹੈ, ਮਾੜੀ ਗੱਲ ਹੈ, ਉਹ ਤਾਂ ਤੁਸੀਂ ਆਪ ਸਮਝਦੇ ਹੋ ਕਿ ਕੀ ਕਾਰਨ ਇਹਦੇ ਪਿੱਛੇ। ਹਾਂਜੀ ਜੀ। ਸੁਖਜਿੰਦਰ ਸਿੰਘ ਰੰਧਾਵਾ ਤੇ ਰਾਜਾ ਵੜਿੰਗ ਗਏ ਨੇ ਜੇਲ੍ਹ 'ਚ ਧਰਮਸੋਤ ਨਾਲ ਮੁਲਾਕਾਤ, ਤੇ ਸਿੱਧੂ ਸਾਹਿਬ ਨੇ ਮਿਲਣ ਤੋਂ ਕੀਤਾ ਇਨਕਾਰ। ਬਈ ਨੋ, ਆਪਾਂ ਨਹੀਂ ਮਿਲਦੇ। ਕੀ ਕਹਿਣਾ ਚਾਹੋਗੇ? ਜਿਹੜੀ ਧਰਮਸੋਤ ਦੀ ਗੱਲ ਆ ਜੀ, ਇਹ ਪਹਿਲੀ ਵਾਰੀ ਕੋਈ ਕਾਂਗਰਸੀ ਜਾ ਕੇ ਸਿੱਧੂ ਧਰਮਸੋਤ ਨੂੰ ਮਿਲਣ ਵਾਸਤੇ ਗਿਆ, ਤੇ ਮੇਰੇ ਖਿਆਲ ਧਰਮਸੋਤ ਦਾ ਕਿਲੋ ਖੂਨ ਜ਼ਰੂਰ ਵੱਧ ਗਿਆ। ਤੇ ਘੱਟੋ ਘੱਟ ਮੈਨੂੰ ਵੀ ਪੁੱਛਣ ਤੇ ਆ ਗਿਆ, ਤੂੰ ਹੈਗਾ ਮਰ ਗਿਆ, ਜਿੰਦਾ ਵੀ ਆ। ਜੇ ਉਹ ਗਏ ਉੱਥੇ 40 ਮਿੰਟ ਮੁਲਾਕਾਤ ਕੀਤੀ ਉਹਨਾਂ ਦੇ ਨਾਲ, ਗੱਲਾਂ ਬਾਤਾਂ ਹੋਈਆਂ, ਤੇ ਉਹਨੇ ਇੰਨੀ ਗੱਲ ਕਹੀ ਆ ਕਿ ਜੋ ਵੀ ਆ ਜੀ ਪ੍ਰਧਾਨ ਸਾਹਿਬ ਇੱਥੇ ਹਾਲਤ ਸਖਤਾਈ ਬਹੁਤ ਕਰਕੇ ਇੱਥੇ ਬੜਾ ਹਾਲਤ ਬੜੀ ਵਧੀਆ ਨਹੀਂ ਭਾਈ, ਜੇਲ੍ਹ ਤੇ ਜੇਲ੍ਹ ਹੀ ਨਹੀਂ, ਜੋ ਮਰਜ਼ੀ ਜਿੰਨਾ ਮਰਜ਼ੀ ਸੁੱਖ ਵਿੱਚ ਜੇਲ੍ਹ ਹੀ ਹੁੰਦੀ। ਉਹਨਾਂ 40 ਮਿੰਟ ਗੱਲ ਕੀਤੀ। ਤੁਹਾਨੂੰ ਪਤਾ ਹੋਵੇਗਾ ਜਿਸ ਦਿਨ ਇਹ ਗਏ ਸੀ, ਸਾਧੂ ਸਿੰਘ ਧਰਮਸੋਤ ਦਾ ਮੁੱਦਾ ਲੈ ਕੇ ਮੁੱਖ ਮੰਤਰੀ ਦੇ ਘਰ ਗਏ ਸੀਗੇ, ਤੇ ਮੁੱਖ ਮੰਤਰੀ ਨੇ ਮਿਲ ਤੋਂ ਇਨਕਾਰ ਕਰਤਾ ਸੀ। ਮੁੜ ਕੇ ਇਹ ਬਦਲ ਗਏ ਸੀ, ਕਹਿੰਦੇ ਨਹੀਂ ਅਸੀਂ ਤੇ ਸਿਰਫ ਪੰਜਾਬ ਲਾ ਐਂਡ ਆਰਡਰ ਦੀ ਸਿਚੁਏਸ਼ਨ ਕਰ ਰਹੇ ਸੀ।
ਗੈਰ ਧਰਮ ਸੁੱਤ ਕਹਿੰਦੇ ਭਾਈ ਕੋਈ ਗੱਲ ਨਹੀਂ, ਇਹ ਧਰਮ ਸੁੱਤਵਾਦ ਦੇ ਸੀ, ਕਹਿੰਦੇ ਵੀ ਇਹਨਾਂ ਨਜਾਇਜ਼ ਨਾ ਹੋਵੇ ਬਸ, ਕਹਿ ਸਕਦੇ ਸੀ ਇੰਨੀ ਗੱਲ, ਪਰ ਡਰ ਗਏ ਵੀ ਲੋਕਾਂ ਚ ਕੀ ਕਰਾਂਗੇ ਅਸੀਂ। ਨਹੀਂ ਜੀ, ਅਸੀਂ ਤੇ ਲਾਈਨ ਦੇ ਮੁੱਖ ਮੰਤਰੀ ਦੇ ਮਿਲਣ ਤੋਂ ਇਨਕਾਰ ਕਰਤਾ। ਜਦੋਂ ਮੁੱਖ ਮੰਤਰੀ ਨੂੰ ਪੁੱਛਿਆ ਗਿਆ ਵੀ ਤੁਸੀਂ ਮਿਲਣ ਤੋਂ ਇਨਕਾਰ ਕਿਉਂ ਕੀਤਾ, ਕਹਿੰਦਾ ਜਿਹੜੇ ਕਹਿੰਦੇ ਧਰਮ ਸਿੰਘ ਤੇਰੀ ਧਰਮ ਸੋ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕੇ, ਉਹਨਾਂ ਨੂੰ ਮੈਂ ਕਿਉਂ ਮਿਲਾਂ, ਮੈਂ ਸਫਾਈ ਕਰਨ ਵਾਸਤੇ ਲੱਗਾ। ਕਹਿ ਤਗਲੇ 1:30 ਵਜੇ ਆ ਜਾਓ। ਉਦੋਂ ਪ੍ਰਤਾਪ ਸਿੰਘ ਬਾਜਵੇ ਨੇ ਕਿਹਾ ਸੀ ਅੱਜ ਤੋਂ ਬਾਅਦ ਮੁੱਖ ਮੰਤਰੀ ਅਸੀਂ ਮੂੰਹ ਨਹੀਂ ਵੇਖਿਆ। ਚਲੋ, ਤੇ 2 ਵਿਅਕਤੀ ਕੱਲ ਧਰਮਸੋਤ ਕੋਲ ਗਏ ਨੇ, ਥੋੜਾ ਬਹੁਤ ਨੂੰ ਹੌਸਲਾ ਹੋਇਆ ਵੀ ਮੇਰੇ ਪਿੱਛੇ ਕੀ ਹੈਗਾ ਵਾ, ਮੇਰੀ ਕੋਈ ਬਾਤ ਪੁੱਛਣ ਵਾਲਾ ਹੈਗਾ ਵਾ। ਗੱਲ ਕੀ ਹੁੰਦੀ ਹੈ, ਜਿਹੜੀਆਂ ਸਾਡੀਆਂ ਏਜੰਸੀਆਂ ਨੇ ਉਹ ਗੱਲ ਨੂੰ ਵਧਾ ਕੇ ਵੀ ਇੰਨਾ ਕਿ ਪੇਸ਼ ਕਰਦੀਆਂ ਵੀ ਮੁੜ ਕੇ ਬੰਦੇ ਨੂੰ ਜਦੋਂ ਬਰੀ ਹੋ ਜਾਂਦਾ ਫਿਰ ਵੇਖਦੇ ਵੀ ਬਣ ਕੀ। ਵਿਜੇ ਸਿੰਗਲਾ ਬਾਰੇ ਆਪਾਂ ਸ਼ੁਰੂ ਤੋਂ ਇੰਨੀ ਗੱਲ ਕਹੀ ਸੀ, ਬਸ ਮੇਰਾ ਅਗਲਾ ਕੁਐਸਚਨ ਇਹੀ ਸੀਗਾ। ਵਿਜੇ ਸਿੰਗਲਾ ਬਾਰੇ ਆਪਾਂ ਸ਼ੁਰੂ ਤੋਂ ਇੰਨੀ ਗੱਲ ਕਹੀ ਪਹਿਲੇ ਦੇੜੀ ਚਾਹ ਜੀ ਬਿਨਾਂ ਸਬੂਤ ਤੋਂ ਅੰਦਰ ਦਿੱਤਾ ਗਿਆ, ਉਹ ਬੜੀ ਜਲਦੀ ਬਾਹਰ ਵੀ ਆਏਗਾ ਤੇ ਬਰੀ ਵੀ ਹੋਵੇਗਾ। ਹੁਣ ਅਸੀਂ ਨਹੀਂ ਕਹਿੰਦੇ, ਹੁਣ ਇਹਨਾਂ ਨੇ ਆਪ ਕਹਿਣਾ ਸ਼ੁਰੂ ਕਰ ਦਿੱਤਾ ਵੀ ਉਹਦੇ ਸਬੂਤ ਕੋਈ ਨਹੀਂ ਸੀ। ਜਦੋਂ ਕੱਲ ਜਾ ਕੇ ਐਡਵੋਕੇਟ ਜਨਰਲ ਕਹਿ ਰਿਹਾ ਕਿਆ ਬਾਤ ਹੈ, ਜੱਜ ਕਹਿੰਦਾ ਓਏ ਤੂੰ ਬੰਦਾ ਕੋਈ, ਤੂੰ ਕਹਿ ਰਿਹਾ ਕਿ ਸਾਨੂੰ ਉੱਪਰੋਂ ਪੁੱਛਣਾ ਪੈਣਾ ਜੀ ਕੀ ਜਵਾਬ ਦੇਣਾ। ਇੱਥੇ ਜੱਜ ਨੇ ਕਹਿਤਾ ਫਿਰ 8 ਤਰੀਕ ਲਾਸਟ ਨੇ ਜੇ ਲਿਆਉਣਾ ਕੋਈ ਲਿਆਉਣਾ ਜੀ ਤੇ ਮੈਂ ਬੇਲ ਦੇਵਾਂਗਾ, ਕਰੋ ਪੇਸ਼ ਤੁਹਾਡੇ ਕੋਲ ਕੀ ਹੈਗਾ। ਜਦੋਂ ਹੈ ਹੀ ਕੋਈ ਸਬੂਤ ਹੀ ਕੋਈ ਨਹੀਂ, ਪੇਸ਼ ਕੀ ਕਰਨਾ। 8 ਨੂੰ ਉਹਨੂੰ 99% ਬੇਲ ਜਿਹੜੀ ਵਿਜੇ ਸਿੰਗਲ ਨੂੰ ਮਿਲ ਜਾਣੀ, ਉਹ ਕੇਸ ਚੋਂ ਬਰੀ ਹੋਏਗਾ। ਕੱਖ ਨਹੀਂ ਉੱਚੇ ਇਹਨਾਂ ਕੋਲ ਹੈਗਾ, ਬਰਾਮਦਗੀ ਕੋਈ ਨਹੀਂ ਹੈਗੀ। ਜੇ ਬਰਾਮਦਗੀ ਨਹੀਂ ਫਿਰ ਕੇਸ ਕਰਨਾ, ਕੋਰਟ ਇਹੀ ਗੱਲ ਕਹੀ ਨਾ ਵੀ ਜੇ ਬਰਾਮਦਗੀ ਨਹੀਂ ਕੇਸ ਕਰਦਾ, ਫਿਰ ਜੇ ਰਿਸ਼ਵਤ ਲਈ ਨਹੀਂ ਤੇ ਫਿਰ ਕੇਸ ਕਰਦਾ ਬਣਾਇਆ। ਆ ਕੇ ਅਸਤੀਫਾ ਜੇ ਕੇ ਭਾਜਪਾ ਜਾਊਗਾ ਜਾਂ ਕਾਂਗਰਸ ਜਾਊਗਾ ਜਾਂ ਅਜੇ ਫਿਰ ਵੇਟ ਕਰੂਗਾ, ਵੇਟ ਐਡਵਾਂਸ ਨਹੀਂ ਵੇਟ ਕਰੇਗਾ, ਵੇਟ ਕਰੇਗਾ, ਜਾਏਗਾ ਕਿਤੇ ਨਹੀਂ, ਵਿੱਚ ਰਹਿ ਕੇ ਉਹ ਪੂਰੀਆਂ ਜਿਹਨਾਂ ਦੀ ਜੜਾ ਵੱਢੇਗਾ, ਵਿੱਚ ਰਹਿ ਕੇ ਵੱਢੇਗਾ। ਜੀ ਜੀ। ਹੁਣ ਦੂਸਰੀ ਚੀਜ਼ ਗੱਲ ਕਰਦੇ, ਇਹਨਾਂ ਨੇ ਕਿਹਾ ਚਲੋ ਆਏ ਤੇ ਹੈਗੇ ਆ ਤੇ ਰੋਪੜ ਤੋਂ ਗਾ ਪਟਿਆਲਾ ਕਿਤੇ ਕਿੰਨੀ ਕੁ ਦੂਰ, ਸਿੱਧੂ ਤੋਂ ਮਿਲੀ, ਸਿੱਧੂ ਤੋਂ ਮਿਲ ਚਲੇ ਗਏ ਤੇ ਸਿੱਧੂ ਦੇ ਅੰਦਰੋਂ ਸੁਨੇਹਾ ਭੇਜਤਾ ਵੀ ਭਾਈ ਨਰਾਤੇ ਚੱਲਦੇ ਆ ਤੇ ਮੈਂ ਨਹੀਂ ਮਿਲ ਸਕਦਾ ਤੁਹਾਨੂੰ। ਨਰਾਤੇ ਹੁੰਦੇ ਆ ਚੇਤ ਦੇ ਵਿੱਚ ਤੇ ਅੱਸੂ ਦੇ ਵਿੱਚ, ਇਹ ਨਰਾਤੇ ਨਹੀਂ ਹੈਗੇ। ਉਹ ਮੈਂ ਉਹੀ ਤੇ ਗੱਲ ਕਹਿਣ ਲੱਗਾ ਵੀ ਕਿਹੜੇ ਨਰਾਤੇ ਆ ਗਏ ਇਹ ਕੋਈ ਉਹਦੇ ਸਿੱਧੂ ਦੇ ਗੁਪਤ ਨਰਾਤੇ ਹੋਣ ਤੇ ਮੈਨੂੰ ਪਤਾ ਨਹੀਂ, ਲੇਕਿਨ ਕਾਰਨ ਕੁਝ ਹੋਰ ਨੇ। ਕਾਰਨ ਉਹਦਾ ਇਹ ਆ ਕਿ ਜਦੋਂ ਸਿੱਧੂ ਤੇ ਕੇਸ ਬਣਿਆ ਸੀ, ਸੁਣਵਾਈ ਹੋਈ ਸੀ ਤੇ ਕੀ ਕਿਹਾ ਸੀ ਸੁੱਖੀ ਰੰਧਾਵੇ ਨੇ, ਬਿਲਕੁਲ ਹਾਂ, ਜੇਲਾਂ ਬੜੀ ਸੋਹਣੀਆਂ ਬਣਾਈਆਂ, ਚਲੋ ਸਾਡੇ ਮਿੱਥੋਂ ਦੇ ਕਲੰਕ ਮਗਰੋਂ ਲੱਥਾ, ਜੇਲਾਂ ਵੀ ਸੋਹਣੀਆਂ ਬਣਾਈਆਂ, ਨਾਲੇ ਜੇਲਾਂ ਵੀ ਸੋਹਣੀਆਂ ਬਣਾਈਆਂ। ਜੀ ਜੀ। ਤੇ ਰਾਜੇ ਵੜਿੰਗ ਨੇ ਕੀ ਕਿਹਾ ਸੀਗਾ, ਇਹ ਜੋ ਕਰਦਾ ਸੀ ਬਰਦਾਸ਼ਤ ਨਹੀਂ ਕਰਾਂਗੇ, ਨਹੀਂ ਲੋੜ ਪਈ ਤੇ ਕੱਢ ਕੇ ਬਾਹਰ ਮਾਰਾਂਗੇ। ਫਿਰ ਉਹ ਕਿਉਂ ਮਿਲੇ ਇਹਨਾਂ ਨੂੰ ਜੀ, ਫਿਰ ਕਿਉਂ ਮਿਲੇ ਇਹਨਾਂ ਨੂੰ? ਠੀਕ ਹੈ ਭਾਈ, ਤੁਸੀਂ ਜਾਣਾ ਤੇ ਪਹਿਲਾਂ ਸੋਚ ਕੇ ਉਹਦੀ ਘੜੀ ਕੋ ਟਾਈਮ ਲਓ ਵੀ ਮਿਲਣਾ ਕਿ ਮਿਲਣਾ ਸਾਨੂੰ। ਜੀ 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 ਜੀ। ਕਾਰਨ ਸਿਰਫ ਇਹ ਸੀ ਕਿ ਮੇਰੇ ਤੇ ਤੁਸੀਂ ਭੱਦੀਆਂ ਟਿੱਪਣੀਆਂ ਕੀਤੀਆਂ, ਮੇਰੇ ਖਿਲਾਫ ਤੁਸੀਂ ਇੱਥੋਂ ਤੱਕ ਕਲੰਕ ਕਿਹਾ ਬੰਦੂ, ਤੇ ਫਿਰ ਮੈਂ ਤੁਹਾਨੂੰ ਕਿਉਂ ਮਿਲਿਆ? ਕਾਰਨ ਇਹ ਸੀ, ਉਦੋਂ ਚੁੱਪ ਰਹਿਣਾ ਚਾਹੀਦਾ ਸੀ ਇਹਨਾਂ ਨੂੰ, ਉਦੋਂ ਚੁੱਪ ਰਹਿਣਾ ਚਾਹੀਦਾ ਸੀ। ਸੁੱਖੀ ਰੰਧਾਵੇ ਦੇ ਫਾਦਰ ਨੇ ਇੰਨੀ ਗੱਲ ਕਹੀ, ਸਾਕਾ ਨਹੀਂ ਤਾਂ ਤੇਰਾ ਬੜੇ ਸਮੇਂ ਤੇ ਵਧੀਆ ਕੀਤਾ, ਬੀਬੀ ਇੰਦਰਾ ਬਹੁਤ ਵਧੀਆ ਕੀਤੀ। ਕਿਉਂ? ਪ੍ਰਧਾਨਗੀ ਕਿਵੇਂ ਰੱਖਣੀ ਸੀ ਆਪਾਂ? ਬਿਲਕੁਲ ਬਿਲਕੁਲ ਬਿਲਕੁਲ। ਚਲੋ ਅਗਲੀ 2 ਕਾਲਾਂ ਲੈ ਲਈਏ। ਇੱਕ ਮੁਖਤਾਰ ਅਬਾਸ ਨਕਵੀ ਵੀ ਚਰਚਾ 'ਚ ਨੇ, ਉਹਨਾਂ ਨੇ ਮੋਦੀ ਮੰਤਰੀ ਮੰਡਲ ਤੋਂ ਅਸਤੀਫਾ ਦਿੱਤਾ, ਜਦੋਂ ਕਿ ਮੰਤਰੀ ਮੰਡਲ ਦੇ ਸ਼ਾਮਲ ਹੋਣ ਵਾਸਤੇ, ਮੋਦੀ ਦੇ ਪਾਰਟੀ ਸ਼ਾਮਲ ਹੋਣ ਵਾਸਤੇ ਲੋਕ ਤਾਂ ਸਿਰਫ ਉਹ ਨਹੀਂ ਜਿਵੇਂ ਆਂਢ ਗੁਆਂਢ ਰੁੱਸਿਆ ਹੁੰਦਾ ਸ਼ਰੀਕਾ ਤੇ ਮੁੰਡੇ ਦੀ ਚੰਨੀ ਹੁੰਦੀ ਜੰਜ, ਤੇ ਪਿੰਡ ਦੇ ਵਿੱਚ ਮੂੰਹ ਰੱਖਣ ਵਾਸਤੇ ਕੱਪੜੇ ਪਹਿਲਾਂ ਹੀ ਸਵਾ ਕੇ ਰੱਖੇ ਹੁੰਦੇ ਪ੍ਰੈਸ ਕਰਕੇ, ਕਿ ਬਸ ਫੁੱਫੜ ਆ ਕੇ ਮਾੜੀ ਜੀ ਚੱਲ 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 ਮੈਂ ਦੱਸਿਆ ਕੋਈ ਨਹੀਂ ਕਹਿ ਯਾਰ ਕੋਈ ਨਹੀਂ ਆਪ ਚੱਲੀਏ ਹਨਾ, ਪਹਿਲਾਂ ਹੀ ਕੱਪੜੇ, ਫਿਰ ਮਿੰਟ ਸਭ ਤੋਂ ਪਹਿਲਾਂ ਭਗੜੇ ਉਹ ਪਾ ਰਹੇ ਹੁੰਦੇ ਆ। ਇਹ ਹਾਲਤ ਉੱਥੇ ਬਣੀ ਹੋਈ ਆ, ਇਹ ਹਾਲਤ ਉੱਥੇ ਬਣੀ ਹੋਈ ਆ ਕਿ ਸਾਨੂੰ ਮਾੜਾ ਜਿਹਾ ਇਸ਼ਾਰਾ ਤੇ ਆਵੇ ਅਸੀਂ ਵੇਖੋ ਕਿਵੇਂ ਫੁੱਲ ਫੜਦੇ ਆ ਹਨਾ। ਸੋ ਇੱਥੇ ਅਬਾਸ ਨਕਵੀ ਨੇ ਦਿੱਤਾ ਅਸਤੀਫਾ, ਉਹ ਵੀ ਮੰਤਰੀ ਮੰਡਲ ਦੇ ਵਿੱਚੋਂ, ਉਹ ਗੱਲ ਕਰਾਂਗੇ ਪਰ ਕਾਲ ਲੈ ਲਈਏ। ਛੋਟਾ ਰੱਖਿਆ ਜਾਵੇ ਜੀ ਸਵਾਲ ਪਲੀਜ਼। ਵੈਲਕਮ। ਹਾਂਜੀ ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ।
ਬਟ ਸਰ ਜਿਹੜਾ ਤੁਸੀਂ ਕਹਿੰਦੇ ਹੋ ਸਿੰਗਲਾ ਦਾ ਕੇਸ ਹੈਗਾ, ਵਿਜੇ ਸਿੰਗਲਾ ਦਾ, ਤੁਸੀਂ ਕਹਿੰਦੇ ਵੀ ਉਹਦੇ ਕੋਲ ਬਰਾਮਦੀ ਕੋਈ ਨਹੀਂ ਹੋਈ, ਪਰ ਜਿਹੜੇ ਕਈ ਕੇਸ ਤੁਸੀਂ ਤੁਹਾਡੀ ਨਜ਼ਰਾਂ ਚੋਂ ਲੰਘੇ ਹੋਣਗੇ, ਕਈ ਮਸ਼ਵਰੇ ਦੇ ਵਿੱਚ ਬੰਦੇ ਹੁੰਦੇ ਆ, ਉੱਥੇ ਬਰਾਮਦਗੀ ਕੁਛ ਨਹੀਂ ਹੁੰਦੀ। ਮਸ਼ਵਰਾ ਦਿੰਦੇ ਬੰਦੇ ਵੀ ਫਲਾਣੇ ਬੰਦੇ ਨੂੰ ਮਾਰ ਦਿਓ ਜਾਂ ਉਹਨੂੰ ਆਹ ਕਰ ਦਿਓ, ਨੁਕਸਾਨ ਪਹੁੰਚਾ ਦਿਓ, ਪਰ ਉਹਨਾਂ ਕੋਲ ਹਥਿਆਰ ਨਹੀਂ ਬਰਾਮਦ ਹੁੰਦਾ, ਕੇਸ ਚੱਲਦਾ। ਪਰ ਜਿਹੜਾ ਮਸ਼ਵਰੇ 'ਚ ਨਾਲ ਰੱਖਿਆ ਹੁੰਦਾ, ਲਲਕਰੇ 'ਚ ਇੱਕ ਹੁੰਦਾ, ਉਹਨਾਂ ਨੂੰ ਵੀ ਸਜ਼ਾ ਨਾਲ ਦੇ ਦਿੱਤੀ ਜਾਂਦੀ ਹੈ। ਉਹਦਾ ਬਾਰੇ ਤੁਹਾਡਾ ਕੀ ਵਿਚਾਰ ਹੈ ਵੀ ਜੇ ਬਰਾਮਦਗੀ ਤਾਂ ਨਹੀਂ ਹੋਈ ਪਰ ਇਹ ਮਸ਼ਵਰੇ ਦੇ ਵਿੱਚ ਵੀ ਤਾਂ ਆ ਸਕਦਾ ਨਾ, ਮਤਲਬ ਕਿ ਜੇ ਮਸ਼ਵਰਾ ਕਰ ਰਿਹਾ ਸੀਗਾ, ਇਹਦੇ ਬਾਰੇ ਦੱਸਿਓ ਜਰਾ। ਕਿਹਦੇ ਦਾ ਮਸ਼ਵਰਾ ਕਰਦਾ ਸੀ ਜੀ, ਦੱਸ ਦਿਓ ਤੁਸੀਂ। ਨਹੀਂ ਇਹ ਇੱਕ ਮਿੰਟ, ਬੰਦਾ ਕੋਈ ਨਾਲ ਨਹੀਂ ਹੈਗਾ। ਨਹੀਂ ਇਹ ਇਹਨਾਂ ਦਾ ਸਵਾਲ ਨਹੀਂ ਤੁਸੀਂ ਸਮਝੇ ਕਿ ਜਿੱਦਾਂ ਆਮ ਤੌਰ ਤੇ ਕੀ ਹੁੰਦਾ ਕਿ ਕੁਝ ਬੰਦੇ ਸਲਾਹ ਮਸ਼ਵਰਾ ਕਰ ਰਹੇ ਹੁੰਦੇ ਕਿ ਲੜਾਈ ਝਗੜਾ ਹੋ ਰਿਹਾ ਹੁੰਦਾ, ਪਿੱਛੇ ਇੱਕ ਜਿਹੜਾ ਲਲਕਾਰਾ ਮਾਰ ਰਿਹਾ ਹੁੰਦਾ ਤੇ ਉਹਦਾ ਵੀ ਨਾਂ ਉਹ ਲਿਖਾ ਦਿੱਤਾ ਜਾਂਦਾ ਜਦੋਂ ਸੱਟ ਪੇਟ ਲੱਗਦੀ ਆ ਕਿ ਇਹ ਫਲਾਣਾ ਵੀ ਨਾਲ ਹੀ ਸੀਗੀ, ਉਹਨੂੰ ਵੀ ਮੰਨ ਲਿੱਤਾ ਜਾਂਦਾ ਲਲਕਾਰੇ ਮਾਰਨ ਵਾਲੇ ਨੂੰ। ਜੇ ਸਲਾਹ ਮਸ਼ਵਰਾ ਜੀ ਇਹਨੇ ਸਲਾਹ ਮਸ਼ਵਰਾ ਦਿੱਤਾ ਹਨਾ, ਉਹ ਇਹਦੇ ਨਾਲ ਨਹੀਂ ਸੰਬੰਧ ਕਿ ਉੱਥੋਂ ਦਾ ਕਾਨੂੰਨ ਉਹ ਡਿਫਰੈਂਟ ਆ ਵੀਰ ਜੀ, ਉਹ ਕਾਨੂੰਨ ਡਿਫਰੈਂਟ ਤੇ ਆਉਂਦਾ ਹੈ, ਡਿਫਰੈਂਟ ਲਾ ਉੱਤੇ ਲੱਗਦਾ ਹੈ। ਇਹ ਡਿਫਰੈਂਟ ਲਾ ਇੱਥੇ ਆ ਗਿਆ ਕੰਮ ਰਿਸ਼ਵਤਖੋਰੀ ਦਾ ਜਾਂ ਭ੍ਰਿਸ਼ਟਾਚਾਰੀ ਦਾ, ਉਹ ਆ ਗਿਆ ਮਾਰਨ ਮਰਾਉਣ ਤੱਕ, ਕਤਲ ਕਰਨ ਤੱਕ, ਇਰਾਦਾ ਕਤਲ ਵਾਲਾ। ਕਿਉਂ ਭੱਟੀ ਸਾਹਿਬ? ਚਾਵਲਾ ਸਾਹਿਬ ਉਹਦੇ ਵਿੱਚ ਜੇ ਹੁਣ ਦੇਖੋ ਲਲਕਾਰਾ ਮਾਰਿਆ ਉਹਨੇ ਕੁਛ ਨਹੀਂ ਕੀਤਾ, ਲਲਕਾਰਾ ਮਾਰਿਆ ਫੜ ਇਹਨੂੰ ਮਾਰ ਦਿਓ, ਪਰ ਉਹ ਕਹਿੰਦੇ ਸਜ਼ਾ ਹੋ ਜਾਂਦੀ ਹੈ ਨਾ, ਬੰਦਾ ਮਰ ਗਿਆ ਪਰ ਉਹਨੂੰ ਸਜ਼ਾ ਹੋਈ ਨਹੀਂ ਬਰਾਬਰ ਤੇ ਵੀ ਇਹ ਲਲਕਾਰਾ ਨਾ ਮਾਰਦਾ ਤੇ ਬਕਾਇਦਾ ਤੌਰ ਤੇ ਕੰਮ ਨਹੀਂ ਸੀ ਹੋਣਾ। ਹਾਂ ਬਿਲਕੁਲ ਇੱਥੇ ਤੇ ਇਹੋ ਜਿਹੀ ਗੱਲ ਹੀ ਕੋਈ ਨਹੀਂ ਹੋਗੀ। ਜੀ ਚਲੋ ਅਗਲੀ ਕਾਲ ਮਸ਼ਵਰਾ ਕੀਤਾ, ਮਸ਼ਵਰੇ ਕੋਈ ਬੰਦਾ ਕਿਹੜਾ ਫੜਿਆ ਗਿਆ? ਹੁਣ ਦੇਖੋ ਡੀਐਸਪੀ ਜਿਹੜਾ ਫੜਿਆ ਗਿਆ, ਡੀਐਸਪੀ ਲਖਵੀਰ ਸਿੰਘ ਫੜਿਆ ਗਿਆ, ਉਹਨੂੰ ਸਜ਼ਾ ਕਿਉਂ ਨਹੀਂ ਹੈ? ਪੈਸੇ ਤੀਜੇ ਬੰਦੇ ਕੋਲੇ ਆ, ਲੇਕਿਨ ਉਹ ਮਸ਼ਵਰੇ ਦੇ ਵਿੱਚ ਆ ਵੀ ਪੈਸੇ ਨਾਲ ਮਤਲਬ ਕੰਮ ਕਰ ਦੂਗਾ, ਪੈਸੇ ਬਰਾਬਰ ਹੋ ਗਏ। ਉਹ ਇੱਕ ਆਮ ਆਦਮੀ ਪਾਰਟੀ ਵਾਲਾ ਨਵਾਂ ਸੰਘਾ ਉੱਠਿਆ ਇੱਕ ਹੋਰ ਜੀ, ਬਾਪੂ, ਉਹਦੀ ਵੀਡੀਓ ਵਾਇਰਲ ਹੋ ਰਹੀ ਹੈ। ਆਪਾਂ ਪਹਿਲਾਂ ਅਗਲੀ ਕਾਲ ਲੈ ਲਈਏ। ਹੈਲੋ ਹਾਂਜੀ, ਫਿਰ ਮੈਂ 에ਅਰ ਤੇ, ਤੁਸੀਂ 에ਅਰ ਤੇ ਹੋ ਜੀ। ਆਓ ਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਚਾਵਲਾ ਸਾਹਿਬ ਤੁਸੀਂ ਪਹਿਲਾਂ ਚਲਾ ਰਹੇ ਸੀ ਨਾ ਦਰਬਾਰ ਸਾਹਿਬ ਤੇ ਹਮਲੇ ਦੀ, ਪਾਤਸ਼ਾਹ ਨੇ ਸਾਨੂੰ ਦਸਤਾਰ ਤਾਂ ਹੈਗੀ ਆ ਬਖਸ਼ੀ 10ਵੇਂ ਪਾਤਸ਼ਾਹ ਨੇ, ਤੇ ਪਹਿਲਾਂ ਵੀ ਚਲੋ ਦਸਤਾਰ ਤਾਂ ਬੰਨ੍ਹਦੇ ਹੋਣੇ ਆ ਬੜੀ ਦੇਰ ਤੋਂ, ਤੇ ਇਹਦੇ ਹੇਠਾਂ ਜਿਹੜਾ ਦਿਮਾਗ ਹੈ ਨਾ ਉਹਨੂੰ ਕਦੇ ਵਰਤਦੇ ਘੱਟ ਨੇ ਲੋਕ, ਇਸੇ ਕਰਕੇ ਜਿਹੜਾ ਇੱਕ ਸਮਾਨ ਪੈਂਦਾ, ਕਿਉਂਕਿ ਅਸਲੀਅਤ ਨੂੰ ਜਾਣਨ ਵਾਲੇ, ਹਿਸਟਰੀ ਨੂੰ ਜਾਣਨ ਵਾਲੇ, ਕਿਤਾਬਾਂ ਪੜ੍ਹਨ ਵਾਲੇ, ਚਲੋ ਆਪ ਨਹੀਂ ਪੜ੍ਹਦੇ, ਕਿਸੇ ਵਿਦਵਾਨ ਤੋਂ ਸੁਣ ਲੈਣ। ਜਿਵੇਂ ਹੁਣ ਪੱਟੀ ਸਾਹਿਬ ਤੇ ਤੁਸੀਂ ਬੈਠੇ ਹੋ ਤਾਂ ਤੁਸੀਂ ਇੱਕ ਨਰੋਈ ਗੱਲ ਕਹਿਣੀ, ਉਹ ਸੱਚ ਹੋਊਗੀ, ਉਹਦੇ 'ਚ ਕੋਈ ਲੁਕੋ ਨਹੀਂ ਹੋਊਗਾ, ਤੇ ਉਹ ਜੇ ਕੋਈ ਲੈ ਕੇ ਚੱਲਦਾ ਤਾਂ ਚੰਗੀ ਗੱਲ, ਉਹ ਸਿੱਖ ਸਕਦਾ। ਪਰ ਮੇਰਾ ਜੇ ਇੱਕ ਵੱਖਰਾ ਸਵਾਲ ਹੈ, ਉਹ ਜ਼ਰੂਰ ਮੈਂ ਉਹਦਾ ਜਵਾਬ ਲੈਣਾ ਜੀ। ਕਿਰਨ ਬੇਦੀ ਨੇ ਸਿੰਘਾਂ ਦਾ ਮਖੌਲ ਲੜਾਇਆ, ਸਾਰਿਆਂ ਨੂੰ ਪਤਾ, ਤੇ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੀ ਲੇਡੀ ਐਡੀ ਵਿਦਵਾਨ ਹੋਵੇ ਤੇ ਸਿੱਖ ਹਿਸਟਰੀ ਨੂੰ ਬਹੁਤ ਅੱਛੀ ਤਰ੍ਹਾਂ ਜਾਣਦੀ ਹੋਵੇ, ਉਹਨੇ ਇਹ ਗੱਲ ਜਾਣ ਕੇ ਕਹੀ ਜਾਂ ਸਹਿਬਨ ਕਹੀ ਤਾਂ ਉਹਨੇ ਜਾਣ ਕੇ ਹੈ, ਮਾਫੀ ਮੰਗ ਲੈਣ ਨਾਲ ਕਾਫੀ ਨਹੀਂ। ਉਹਦੇ ਤੇ 295A 153 ਜਿਹੜੀ ਦਫਾ ਲਾ ਕੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਖੈਰ ਬਾਦਲ ਕਹਿੰਦੇ ਤਾਂ ਬੋਲਣਾ ਨਹੀਂ ਸੀ ਕਿਉਂਕਿ ਉਹ ਤਾਂ ਸਾਂਝ ਉਹਦੀ ਹੈਗੀ ਹੈ ਉਹਨਾਂ ਨਾਲ ਹੀ ਮੋਦੀ ਕਹਿਣਾ, ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਇਹ ਬੇਹੇ ਪਾਣੀ 'ਚ ਹੀ ਬਹਿ ਗਏ। ਉਹਨਾਂ ਨੂੰ, ਕਿਰਨ ਬੇਦੀ ਹੋਣਾ ਨੂੰ ਅਦਾਲਤ ਵਿੱਚ ਪਹੁੰਚਾ ਕੇ ਸਜ਼ਾ ਦਿਵਾਉਣੀ ਸੀ ਪੱਕੀ, ਤਾਂ ਕਿ ਮੁੜ ਕੇ ਕੋਈ ਹਿੰਮਤ ਨਾ ਕਰਦਾ। ਇਹਦਾ ਜਵਾਬ ਅੱਜ ਜ਼ਰੂਰ ਦਿਓ ਕਿਉਂਕਿ ਇਹਦੀ ਲੋੜ ਹੈ। ਜਿਵੇਂ ਬੂਆ ਮਿੱਤਰਾਂ ਨੇ ਬੋਲਿਆ ਤਾਂ ਸੱਚ ਹੈ, ਕਿਵੇਂ ਮਗਰ ਪੈ ਗਏ ਉਹਦੇ, ਬਸ ਦੇਖ ਲਓ। ਥੈਂਕ ਯੂ ਭੱਟੀ ਸਾਹਿਬ। ਜਿਹੜੀ ਗੱਲ ਤੁਸੀਂ ਕਹਿੰਦੇ ਹੋ ਜੀ ਕਿਰਨ ਬੇਦੀ ਦੀ, ਬਿਲਕੁਲ ਤੁਸੀਂ ਠੀਕ ਕਿਹਾ। ਜੇ ਕਿ ਹੋਰ ਮਾੜਾ ਮੋਟਾ ਬੰਦਾ ਹੁੰਦਾ ਨਾ, ਉਹਦੇ ਖਿਲਾਫ 295A ਦਾ ਪਰਚਾ ਵੀ ਹੁੰਦਾ ਤੇ ਉਹ ਹੁਣ ਅੰਦਰ ਵੀ ਹੁੰਦਾ। ਉਹ ਕਿਰਨ ਬੇਦੀ ਸੀ, ਕਿਰਨ ਬੇਦੀ ਦੀਆਂ ਤਾਰਾਂ ਜਿੱਥੇ ਜੁੜੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਪਤਾ। ਇਸ ਕਰਕੇ ਉਹਦੇ ਖਿਲਾਫ ਇਹਨਾਂ ਕੋਈ ਕਾਰਵਾਈ ਨਹੀਂ ਕਰਨੀ। ਅਕਾਲ ਤਖਤ ਤੇ ਜਿਹੜੀ ਲੜਾਈ ਹੋਈ ਬਕਾਇਦਾ ਤੌਰ ਤੇ, ਜਦੋਂ ਮੱਕੜ ਸਾਹਿਬ ਪ੍ਰਧਾਨ ਸੀਗੇ, ਉਹਨਾਂ ਮੁੰਡਿਆਂ ਦੇ ਬਾਪ ਅਕਾਲ ਤਖਤ ਤੇ ਹੱਥ ਜੋੜ ਕੇ ਪੇਸ਼ ਹੋਏ ਕਿ ਭਾਈ ਅਸੀਂ ਮਾਫੀ ਮੰਗਦੇ, ਸਾਡੇ ਬੱਚਿਆਂ ਨੇ ਗਲਤੀ ਕੀਤੀ, ਉਹ ਵੀ ਮਾਫੀ ਮੰਗਣਗੇ, ਤੁਸੀਂ ਕੇਸ ਵਾਪਸ ਲੈ ਲਓ। ਇਹਨਾਂ ਕੇਸ ਵਾਪਸ, ਜਥੇਦਾਰ ਦੇ ਕਹਿਣ ਦੇ ਬਾਵਜੂਦ ਕੇਸ ਵਾਪਸ ਨਹੀਂ ਸੀ ਆਇਆ।
ਇਸ ਕਰਕੇ ਕਿਰਨ ਬੇਦੀ ਜਿਹੜੀ ਆ ਉਹਦਾ ਸੰਬੰਧ ਹੈਗਾ ਵਾ ਬੀਜੇਪੀ ਦੇ ਨਾਲ। ਇਹਨਾਂ ਨੂੰ ਪਤਾ, ਪ੍ਰਧਾਨ ਨੂੰ ਵੀ ਪਤਾ ਵੀ ਜੇ ਅਸੀਂ ਕੋਈ ਸਖਤੀ ਕੀਤੀ ਤੇ ਕੱਲ ਨੂੰ ਸਾਨੂੰ ਕਿਸੇ ਸਿੱਧੇ ਪੁੱਧੇ ਕੇਸ ਫਸਾ ਸਕਦੇ ਜੀ। ਇਹ ਪਹਿਲੀ ਵਾਰੀ ਤਾਂ ਹੈ ਨਹੀਂ। ਜਥੇਦਾਰ ਨੇ ਕੁਮਾਰ ਵਿਸ਼ਵਾਸ ਨੇ ਵੀ ਤਾਂ 12 ਵਜੇ ਦੀ ਗੱਲ ਕੀਤੀ ਸੀ। ਜੀ 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 12 ਵਜੇ ਦੀ ਗੱਲ ਕਰਨ ਵਾਲੇ ਚੁਟਕਲੇ ਕਿੰਨੇ ਨੇ, 12 ਵਜੇ ਦੀ ਗੱਲ ਕਰਨ ਵਾਲੀਆਂ ਕਿੰਨੀਆਂ ਕਹਾਣੀਆਂ ਨੇ, ਕਿੰਨੇ ਚੁਟਕਲੇ ਨੇ ਪਹਿਲਾਂ ਵੀ ਆ। ਚਲੋ ਹੁਣ ਸੁਚੇਤ ਹੋਏ ਨੇ, ਪਰ ਕੌਣ ਆਖੇ ਰਾਣੀ ਨੂੰ ਅੱਗਾ ਟੱਕ। ਜੋਰਾਵਰਾਂ ਦਾ 27-100 ਤੁਸੀਂ ਦੱਸ ਦਿੱਤਾ ਜੀ ਜੀ ਜੀ। ਤੇ ਇਹ ਖਾਲਸਾ ਜੀ ਨੂੰ ਵੀ ਪਤਾ ਹੈ। ਕਿਰਨ ਬੇਦੀ ਨੇ ਗੱਲ ਭਾਵੇਂ ਉਹ ਜਾਣਬੁੱਝ ਕੇ ਗਈ ਜਾਂ ਸਭ ਨੂੰ ਹੀ, ਉਹ ਇੱਕ ਅਲੱਗ ਮੈਟਰ ਨੂੰ ਇਮੀਡੀਏਟਲੀ ਕਮਿਟ ਕੀਤਾ, ਕੋਈ ਇਮੀਡੀਏਟਲੀ ਮਾਫੀ ਮੰਗੀ ਉਹਨੇ, ਹੱਥ ਜੋੜ ਕੇ ਮਾਫੀ ਮੰਗੀ, ਬਕਾਇਦਾ ਤੌਰ ਤੇ ਆਪਣੀ ਵੀਡੀਓ ਪਾਈ ਤੇ ਮਾਫੀ ਚਾਹੁੰਦੀ ਨੇ ਕੋਈ ਗਲਤੀ ਹੋਈ। ਤੇ ਸਾਡਾ ਜਿਹੜਾ ਤਖਤ ਆ ਨਾ, ਅਕਾਲ ਤਖਤ, ਇਹ ਬਖਸ਼ਿੰਦ ਤਖਤ ਆ। ਇਸ ਕਰਕੇ ਮੈਂ ਸੋਚਦਾ ਵੀ ਚਲੋ ਉਹਨੇ ਗਲਤੀ ਕੀਤੀ, ਮਾਫੀ ਮੰਗੀ ਤੇ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ। ਗਲਤੀਆਂ ਹੁੰਦੀਆਂ ਨੇ, ਮੂਹਾ ਮੋਤਰ, ਉਹ ਤੇ ਪੋਲੀਟੀਕਲ, ਸਾਰਾ ਪੋਲੀਟੀਕਲ ਸਟੰਟ। ਉਹਦੇ ਮੂੰਹ ਦਾ ਜਿਹੜਾ ਕੇਸ ਆ ਉਹਨੂੰ ਡਿਬੋਲ ਕਰਕੇ ਜਿਹੜਾ ਉਹਦੇ ਖਿਲਾਫ ਕਾਰਵਾਈ ਕੀਤੀ। ਬਾਲਮੀਕ ਭਾਈਚਾਰੇ ਨੇ ਰੰਗਿਆ ਹੋਇਆ ਨਾ ਰਾਣਾ ਜੰਗ ਬਹਾਦਰ। ਜੀ 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 ਗ੍ਰਿਫਤਾਰੀ ਹੋ ਗਈ ਜਿਹਦੀ ਮਾਫੀਆਂ ਮੰਗਦਾ, ਵੀਡੀਓ ਵੀ ਆ ਗਈ ਆ। ਪਰ ਅਗਲੇ ਇਹ ਵੀ ਫਰਾਕ ਦੇ ਲਈ ਵੀ ਚਲੋ ਜੇ ਮਾਫੀ ਮੰਗ ਰਿਹਾ ਵੀ ਗਾਂ ਤੋਂ ਵੀ ਬੰਦਾ ਬਣ ਜਾ, ਹਨਾ। ਪਰ ਅਗਲੇ ਕਹਿੰਦੇ ਨਹੀਂ ਤੇ ਬਾਰ-ਬਾਰ ਕਰਦੇ। ਆਖਿਰਕਾਰ ਕਾਜੀ ਦੀ ਕੱਲ ਮਾਫੀ ਦੇ ਦੇਣਗੇ ਚਲੋ ਕੀ ਮਾਫੀ ਦਿੱਤੀ ਉਹਨਾਂ ਨੇ। ਐਨੀਵੇ ਆਪਾਂ ਦੋ ਸਵਾਲ ਕੁਇਕਲੀ ਕਰਨੇ ਨੇ, ਮਿੰਟ ਥੋੜੇ ਆਪਣੇ ਕੋਲ, ਸਾਡੇ ਟੈਕਨੀਸ਼ੀਅਨ ਨੇ ਅਰਲੀ ਉੱਠਣਾ ਹੁੰਦਾ। ਮੁਖਤਾਰ ਅਬਾਸ ਨਕਵੀ ਨੇ ਦਿੱਤਾ ਮੋਦੀ ਮੰਤਰੀ ਮੰਡਲ ਤੋਂ ਅਸਤੀਫਾ। ਮੇਰਾ ਗਲਾ ਵੀ ਠੀਕ ਨਹੀਂ ਹੈ, ਸਵੇਰ ਵਾਲਾ ਸ਼ੋਅ ਸ਼ਾਇਦ ਮੈਂ ਕਰਾਂ ਜਾਂ ਨਾ ਕਰਾਂ, ਪਰ ਜੇ ਕੀਤਾ ਤਾਂ ਆਪਾਂ ਅਗਲੇ ਕੁਐਸਚਨ ਤੇ ਫਿਰ ਸਵੇਰੇ ਚੱਲਾਂਗੇ। ਪਰੰਤੂ ਇਹਦੇ ਨਾਲ ਹੀ ਸਾਡਾ ਮੇਖਾ ਸਮਾਂ ਹੋ ਜਾਣਾ। ਕੀ ਕਹਿਣਾ ਚਾਹੋਗੇ? ਮੁਖਤਾਰ ਅਬਾਸ ਨਕਵੀ ਜਿਹੜਾ ਨਾ, ਇਹ ਸਟੂਡੈਂਟ ਯੂਨੀਅਨ ਦਾ ਲੀਡਰ ਹੁੰਦਾ ਸੀ। 1975 ਦੇ ਵਿੱਚ ਇਹਦੇ ਨੇ ਸਟੂਡੈਂਟ ਯੂਨੀਅਨ ਚੋਣ ਕਰਕੇ ਜਿਹੜਾ ਸੀ ਇੰਦਰਾ ਗਾਂਧੀ ਖਿਲਾਫ ਪ੍ਰਚਾਰ ਕੀਤਾ ਸੀ ਤੇ ਇਹ ਵੀ ਜੇਲ੍ਹ ਕੱਟ ਕੇ ਆਇਆ ਸੀ। ਤੇ ਜਦੋਂ ਇਹਨੂੰ ਇੰਦਰਾ ਗਾਂਧੀ ਜੇਲ੍ਹ ਕਟਾਤੀ ਸੀ ਕਾਂਗਰਸ ਦੀ, ਤੇ ਤੁਹਾਨੂੰ ਪਤਾ ਵੀ ਉਹਦਾ ਕਾਂਗਰਸ ਜਾਂਦਾ ਸਵਾਲ ਹੀ ਸੀ ਪੈਦਾ ਹੁੰਦਾ। ਜੀ ਜੀ 1980 ਦੇ ਵਿੱਚ ਤੇ 1984 ਦੇ ਵਿੱਚ ਇੱਕ ਵਾਰੀ ਅਯੁੱਧਿਆ ਤੇ ਇੱਕ ਜਗ੍ਹਾ ਹੋਰ ਨੇ ਚੋਣ ਲੜੀ ਸੀ, ਦੋਵੇਂ ਵਾਰੀ ਹਾਰ ਗਿਆ ਜੀ। ਮੁੜ ਕੇ ਇਹ ਬੀਜੇਪੀ ਚਲਾ ਗਿਆ। ਬੀਜੇਪੀ ਦੇ 1998 ਵਿੱਚ ਚੋਣ ਲੜਾਈ ਤੇ ਇਹ ਜਿੱਤ ਗਿਆ। ਇਹ ਉਦੋਂ ਦਾ ਬੀਜੇਪੀ ਦੇ ਨਾਲ ਜੁੜਿਆ ਵਾ। ਹੁਣ ਪਿਛਲੀ ਵਾਰੀ ਮੁਖਤਾਰ ਅਬਾਸ ਨਕਵੀ, ਇਹਦੀ ਜਿਹੜੀ ਵਾਈਫ ਆ ਉਹ ਸੀਮਾ ਨਾਂ ਦਾ, ਉਹ ਸ਼ਾਇਦ ਮੇਰੇ ਖਿਆਲ ਹਿੰਦੂ ਆ। ਮੁਖਤਾਰ ਨਵਾਜ਼ ਨਕਵੀ ਜਿਹੜਾ ਵਾ, ਇਹ ਰਾਜ ਸਭਾ ਮੈਂਬਰ ਸੀਗਾ। ਰਾਜ ਸਭਾ ਦੇ ਮੈਂਬਰ ਦੀ ਇਹਦੀ ਟੈਨਿਓਰ ਅੱਜ ਵੀਰਵਾਰ ਨੂੰ ਖਤਮ ਹੋ ਚੁੱਕੀ। ਇਸ ਕਰਕੇ ਇਹਨੇ ਕੱਲ ਅਸਤੀਫਾ ਦੇ ਦਿੱਤਾ ਸੀ ਤੇ ਇਹਨੂੰ ਦੁਬਾਰਾ ਉਹਨਾਂ ਮੈਂਬਰ ਜਿਹੜਾ ਬੀਜੇਪੀ ਨੇ ਨਹੀਂ ਬਣਾਇਆ, ਇਸ ਕਰਕੇ ਅਸਤੀਫਾ ਦੇਣਾ ਪਿਆ ਇਹਨੂੰ। ਦੂਸਰੀ ਚੀਜ਼, ਇਹਨੂੰ ਕਿਤੇ ਨਾ ਕਿਤੇ ਐਡਜਸਟ ਕਰਨ ਦੀ ਲੋੜ ਹੈ। ਉਹਦੀ ਲੋੜ ਆ। ਪਹਿਲਾਂ ਇਹ ਕਹਿ ਰਹੇ ਸੀ ਕਿ ਅਸੀਂ ਕੋਈ ਰਾਸ਼ਟਰਪਤੀ ਬਣਾਇਆ ਸੀ, ਮੁਸਲਮਾਨ ਔਰਤ ਬਣਾਈ ਜੋ ਸੀ ਕਿਤੇ। ਹੁਣ ਉਪ ਰਾਸ਼ਟਰਪਤੀ ਜਾਂ ਕਿਸੇ ਕਮਿਸ਼ਨ ਦਾ ਚੇਅਰਮੈਨ ਜਾਂ ਇਹਨੂੰ ਕਿਸੇ ਸਟੇਟ ਦਾ ਗਵਰਨਰ ਲਾਇਆ ਜਾਊਗਾ। ਉਪ ਰਾਸ਼ਟਰਪਤੀ ਦੇ ਵਿੱਚ ਵੀ ਇਹਦਾ ਨਾਂ ਪਹਿਲੇ ਨੰਬਰ ਤੇ ਚੱਲਦਾ ਵਾ। 2-3 ਮੁਸਲਿਮ ਨਗਮਾ ਹੈਪਤੁੱਲਾ ਵਾ, ਇੱਕ ਉਹ ਕੇਰਲਾ ਵਾਲਾ ਵਾ। ਇਹ 3-4 ਬੰਦੇ ਨਾਲ ਚੱਲਦੇ ਵੀ ਸ਼ਾਇਦ ਇੱਥੋਂ ਕੈਸ਼ ਕਰਨ ਵਾਸਤੇ ਵੀ ਇੱਕ ਤੇ ਜਿਹੜੀ ਅਰਬ ਕੰਟਰੀ ਸਾਡੀ ਤੋਂ ਹੋਈ ਪਿੱਛੇ ਜੇ, ਉਹਦਾ ਜਿਹੜਾ ਡੈਮੇਜ ਕੰਟਰੋਲ ਕਰਨ ਵਾਸਤੇ ਤੇ ਇੱਕ ਮੁਸਲਮਾਨ ਨੂੰ ਦੇ ਕੇ ਕਹਿਣਗੇ ਇਸ ਲਈ ਮੁਸਲਮਾਨ ਦੇ ਪੱਖ ਚ ਸਾਡੀ ਵਿਰੋਧ ਹੈ ਕੋਈ ਨਹੀਂ, ਮੁਸਲਮਾਨ ਉਪ ਰਾਸ਼ਟਰਪਤੀ ਬਣਾਇਆ। ਇਸ ਕਰਕੇ ਇਹਨੂੰ ਉਪ ਰਾਸ਼ਟਰਪਤੀ ਲਾਈਨ ਚ ਹੈਗਾ। ਵੈਸੇ ਚਲੋ ਵਾਈਂਡ ਅਪ ਕਰਦੇ ਆ। ਨੂਰਪੁਰ ਵਾਲੇ ਇਸ ਮਸਲੇ ਦੇ ਉੱਤੇ ਜਿਹੜਾ ਮੁਹੰਮਦ ਸਾਹਿਬ ਤੇ ਬਿਆਨ ਦਿੱਤਾ ਹੈ, ਉਹਦੇ ਉੱਤੇ ਅਰਬ ਕੰਟਰੀਆਂ ਦੇ ਜਿਹੜੇ ਬਿਆਨ ਆਏ ਜਾਂ ਮੁਸਲਮਾਨ ਕੰਟਰੀਆਂ ਦੇ ਜਿਹੜੇ ਬਿਆਨ ਆਏ ਨੇ, ਉਦੋਂ ਬਾਅਦ ਹੁਣ ਪੂਰੇ ਭਾਰਤ ਵਿੱਚ ਚਲੋ ਜੋ ਕੁਝ ਹੋਇਆ, ਦੰਗੇ ਤਾਂ ਹੋਏ, ਉਹਦੇ ਵਿੱਚ ਜਾਨਾਂ ਵੀ ਗਈਆਂ, ਪਰ ਹੁਣ ਤੁਹਾਨੂੰ ਲੱਗਦਾ ਕਿ ਬਿਲਕੁਲ ਥੋੜੀ ਜਿਹੀ ਸ਼ਾਂਤੀ ਹੈ, ਉਹੋ ਜਿਹੀ ਉਸ ਟਾਈਪ ਦੀ ਕੋਈ ਖਬਰ ਨਹੀਂ ਆ ਰਹੀ, ਨਾ ਹੀ ਆਵੇ ਤੇ ਚੰਗੀ ਗੱਲ ਆ। ਹਨ ਜਿਹੜੇ ਉਹ ਲੋਕ ਤੇ ਬੜੇ ਸਿਆਣੇ ਨੇ। ਸਿਆਣੇ ਕਿਵੇਂ ਨੇ? ਕੱਲ ਬਕਾਇਦਾ ਤੌਰ ਤੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ, ਬੜਾ ਅਫਸੋਸ ਹੁੰਦਾ, ਛੋਟੇ ਛੋਟੇ ਕੰਟਰੀਆਂ ਸਾਡੇ ਪੜ੍ਹੇ ਲਿਖੇ ਮੁੰਡੇ ਜਾ ਕੇ ਉੱਥੇ ਬੱਕਰੀਆਂ ਚਾਰਦੇ ਆ, ਭੇਡਾਂ ਚਾਰਦੇ, ਤੇ ਅਰਬ ਕੰਟਰੀ ਜਾ ਕੇ ਊਠ ਚਾਰਦੇ।
ਜੇ ਉਹਨਾਂ ਦੀ ਲੋਕਾਂ ਨੂੰ ਸਾਡੀ ਰੁਜ਼ਗਾਰ ਸਸਤਾ ਮਿਲਿਆ ਤੇ ਵਧੀਆ ਮਿਲਿਆ ਤੇ ਉਹ ਕਿ ਸਾਡੀ ਤਾਂ ਮਕਾਨ ਨਹੀਂ, ਉਹ ਆਪਣੀ ਡਿਵੈਲਪਮੈਂਟ ਵੱਲ ਧਿਆਨ ਦਿੰਦੇ ਆ। ਸਾਡੇ ਉਹ ਲਾਲਾ ਨਹੀਂ ਕਰਦੇ ਪੁੱਤ, ਉਹਨਾਂ ਕਿਪੜੀ ਲਾਲਾ ਕਰਦੀ ਕਹਿਤਾ ਵੀ ਗਲਤ ਹੋਇਆ। ਬਿਲਕੁਲ ਜੀ, ਬਿਲਕੁਲ ਬਿਲਕੁਲ। ਬਹੁਤ ਬਹੁਤ ਸ਼ੁਕਰੀਆ ਪਟਿਲ ਸਾਹਿਬ, ਥੈਂਕ ਯੂ ਵੈਰੀ ਮਚ। ਸ਼ੁਕਰੀਆ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।